तू ठाकुर ऊच भगवाना, सतनाम वाहिगुरु साहिब जियो। कट कट में हर जू बसै, संतन कहियो पुकार। कहो नानक ते पज मना, पौ निधि उतरै पार। कट कट में हर जू बसै, संतन कयो पुकार। कहो नानक ते पज मना, पौ निधि उतरै पार। परम सन्मानयोग जुगो जुग अटल चवर छतर तखत दे मालक ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਵਡਭਾਗੇ ਹੋ ਸਾਹਿਬਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕਰਕੇ ਅੰਮ੍ਰਿਤਮਈ ਪਾਵਨ ਬਾਣੀ ਆਸਾ ਕੀ ਵਾਰ ਦਾ ਕੀਰਤਨ ਸ਼ਰਵਣ ਕਰ ਰਹੇ ਸੀ ਤੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਸੀ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਲੋਕਾਂ ਦੀ ਪਵਿੱਤਰ ਬਾਣੀ ਦੇ ਵਿੱਚੋਂ ਆਪ ਜੀ ਨੇ ਸ਼ਲੋਕ ਨੰਬਰ 12 ਦੇ ਪਾਠ ਨੂੰ ਸ਼ਰਵਣ ਕੀਤਾ ਹੈ। ਇਸ ਦੀ ਵਿਚਾਰ ਦੇ ਨਾਲ ਆਪਾਂ ਜੁੜਨਾ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਲਵਾਈਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿ ਰਹੇ ਨੇ, ਘਟ ਘਟ ਮੈਂ ਹਰ ਜੂ ਬਸੈ। ਵੀ ਸੰਤ ਜਨਾਂ ਨੇ ਉੱਚੀ ਪੁਕਾਰ ਪੁਕਾਰ ਕੇ ਕਿਹਾ ਵਾ ਵੀ ਹਰ ਇੱਕ ਸਰੀਰ ਦੇ ਵਿੱਚ ਪਰਮਾਤਮਾ ਵਸਦਾ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਯੋ ਪੁਕਾਰ। ਅਸਲ ਵਿੱਚ ਸੰਤ ਜਨਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮਰਨ ਦੀ ਬਰਕਤ ਦੇ ਨਾਲ ਪਹਿਲਾਂ ਆਪਣੇ ਅੰਦਰੋਂ ਵੇਖਿਆ, ਤੇ ਜਦੋਂ ਆਪਣੇ ਅੰਦਰੋਂ ਵੇਖਿਆ ਤੇ ਸਾਰੇ ਜਗਤ ਵਿੱਚੋਂ ਉਹ ਵਸਦਾ ਹੋਇਆ ਪਰਮਾਤਮਾ ਉਹਨਾਂ ਨੂੰ ਨਜ਼ਰੀ ਆਇਆ। ਫਿਰ ਉਹਨਾਂ ਨੇ ਪੁਕਾਰ ਕੇ ਕਹਿ ਦਿੱਤਾ ਕਿ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਯੋ ਪੁਕਾਰ। ਵੀ ਹਰ ਇੱਕ ਸਰੀਰ ਦੇ ਵਿੱਚ ਉਹ ਪਰਮਾਤਮਾ ਵਸ ਰਿਹਾ ਹੈ। ਤੇ ਅੱਗੇ ਕਹਿੰਦੇ ਨੇ, ਕਹੋ ਨਾਨਕ ਸੁਨ ਰੇ ਮਨਾ, ਕਹੋ ਨਾਨਕ ਤੇ ਭਜ ਮਨਾ, ਪਉ ਨਿਧ ਉਤਰੈ ਪਾਰ। ਨਾਨਕ ਆਖਦਾ ਹੈ, ਇਹ ਮੇਰੇ ਆ ਮਨਾ, ਜਿਹੜਾ ਪਰਮਾਤਮਾ ਹਰ ਇੱਕ ਘਟ ਦੇ ਵਿੱਚ ਵਸਦਾ ਹੈ ਉਸ ਦਾ ਸਿਮਰਨ ਕਰ, ਤੂੰ ਵੀ ਇਸ ਭਵਜਲ ਸਾਗਰ ਦੇ ਵਿੱਚੋਂ ਪਾਰ ਹੋ ਜਾਏਗਾ। ਤੈਨੂੰ ਵੀ ਆਪਣੇ ਅੰਦਰੋਂ ਉਹ ਪਰਮਾਤਮਾ ਦਿਖਾਈ ਦੇਣ ਲੱਗ ਪਵੇਗਾ। ਤੈਨੂੰ ਵੀ ਕਣ ਕਣ ਦੇ ਵਿੱਚੋਂ ਉਹ ਦਿਖਾਈ ਦੇਣ ਲੱਗ ਪਵੇਗਾ, ਪਰ ਉਹਦਾ ਸਿਮਰਨ ਕਰ। ਹੁਣ ਜਿਨ੍ਹਾਂ ਸਤਿਪੁਰਸ਼ਾਂ ਨੇ, ਜਿਨ੍ਹਾਂ ਸੰਤ ਜਨਾਂ ਨੇ ਹਰ ਇੱਕ ਘਟ ਦੇ ਵਿੱਚੋਂ ਉਸ ਪਰਮਾਤਮਾ ਨੂੰ ਦੇਖਿਆ ਹੈ, ਉਹ ਬਾਹਰੋਂ ਤਾਂ ਦੇਖਣ ਵਿੱਚ ਕਾਮਯਾਬ ਹੋਏ ਨੇ,
ਪਹਿਲਾਂ ਉਹਨਾਂ ਨੇ ਆਪਣੇ ਅੰਦਰ ਦੀ ਖੋਜ ਕੀਤੀ, ਆਪਣੇ ਅੰਦਰੋਂ ਉਸ ਮਾਲਕ ਨੂੰ ਦੇਖਿਆ। ਜਿੰਨਾ ਚਿਰ ਮਨੁੱਖ ਨੂੰ ਆਪਣੇ ਅੰਦਰੋਂ ਪਰਮਾਤਮਾ ਦਿਖਾਈ ਨਹੀਂ ਦਿੰਦਾ, ਉਹਨਾਂ ਚਿਰ ਉਹਨੂੰ ਬਾਹਰੋਂ ਦਿਖਾਈ ਨਹੀਂ ਦੇ ਸਕੇਗਾ। ਵੇਖੋ, ਦੋ ਤਰ੍ਹਾਂ ਦੀ ਖੋਜ ਹੈ ਸੰਸਾਰ ਦੇ ਵਿੱਚ। ਇੱਕ ਬਾਹਰ ਦੀ ਖੋਜ ਹੈ, ਪਦਾਰਥਾਂ ਦੀ ਖੋਜ ਹੈ, ਮੈਟਰ ਦੀ ਖੋਜ ਹੈ, ਤੇ ਇੱਕ ਅੰਦਰ ਦੀ ਖੋਜ ਹੈ। ਬਾਹਰ ਦੀ ਖੋਜ ਕਰਨ ਵਾਲੇ ਨੂੰ ਧਰਤੀ, ਕੁਦਰਤ, ਪਦਾਰਥਾਂ ਦੀ ਖੋਜ ਕਰਨ ਵਾਲੇ ਨੂੰ ਵਿਗਿਆਨੀ ਆਖਦੇ ਨੇ, ਤੇ ਅੰਦਰ ਦੀ ਖੋਜ ਕਰਨ ਵਾਲੇ ਨੂੰ ਸੰਤ ਆਖਦੇ ਨੇ, ਭਗਤ ਆਖਦੇ ਨੇ, ਬ੍ਰਹਮ ਗਿਆਨੀ ਆਖਦੇ ਨੇ। ਬਾਹਰ ਦੀ ਖੋਜ ਖੋਜਣ ਵਾਲੇ ਵਿਗਿਆਨਕਾਂ ਨੇ ਸੰਸਾਰ ਨੂੰ ਖੋਜ ਕੇ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਹਨ। ਸਹੂਲਤਾਂ ਤੇ ਮਿਲ ਗਈਆਂ, ਪਰ ਸ਼ਾਂਤੀ, ਅੰਦਰ ਦਾ ਸੁੱਖ ਨਹੀਂ ਮਿਲ ਸਕਿਆ। ਦੂਜੇ ਪਾਸੇ ਅੰਦਰ ਦੀ ਖੋਜ ਕਰਨ ਵਾਲਿਆਂ ਨੇ ਆਪਣੇ ਅੰਦਰੋਂ ਰੱਬ ਨੂੰ ਦੇਖਿਆ ਹੈ, ਤੇ ਅੰਦਰ ਦੀ ਖੋਜ ਕਰਨ ਵਾਲਿਆਂ ਨੇ ਰੱਬੀ ਦੀਦਾਰ ਆਪਣੇ ਅੰਦਰੋਂ ਪਾਇਆ ਹੈ, ਤੇ ਉਹਨਾਂ ਦੇ ਕੋਲ ਅੰਦਰ ਦਾ ਸਕੂਨ ਵੀ ਹੈ, ਅੰਦਰ ਦੀ ਸ਼ਾਂਤੀ ਵੀ ਹੈ। ਅੱਜ ਮਨੁੱਖ ਪਰੇਸ਼ਾਨ ਹੈ, ਅੱਜ ਮਨੁੱਖ ਅੰਦਰੋਂ ਕਲਪਿਆ ਹੋਇਆ ਹੈ, ਅੱਜ ਮਨੁੱਖ ਅੰਦਰੋਂ ਦੁਖੀ ਹੈ, ਤੇ ਆਪਣੀ ਸ਼ਾਂਤੀ ਨੂੰ ਪ੍ਰਾਪਤ ਕਰਨ ਵਾਸਤੇ, ਆਪਣੇ ਅੰਦਰ ਦੇ ਸੁੱਖ ਚੈਨ ਨੂੰ ਪ੍ਰਾਪਤ ਕਰਨ ਵਾਸਤੇ ਉਹ ਬਾਹਰ ਹੀ ਭਟਕਦਾ ਪਿਆ ਹੈ, ਬਾਹਰ ਹੀ ਖੋਜ ਕਰਦਾ ਪਿਆ ਹੈ। ਪਦਾਰਥ ਦੇ ਵਿੱਚੋਂ, ਉਹ ਸੰਸਾਰ ਦੇ ਵਿੱਚੋਂ ਸ਼ਾਂਤੀ ਲੱਭਣਾ ਚਾਹੁੰਦਾ ਹੈ, ਸੁੱਖ ਚੈਨ ਲੱਭਣਾ ਚਾਹੁੰਦਾ ਹੈ। ਜੇ ਮਨੁੱਖ ਖੁਦ ਪਰੇਸ਼ਾਨ ਹੈ, ਖੁਦ ਕਲਪਿਆ ਹੋਇਆ ਹੈ, ਤੇ ਉਹਨੂੰ ਆਪਣੇ ਅੰਦਰ ਜਾਣਾ ਚਾਹੀਦਾ ਹੈ, ਆਪਣੇ ਅੰਦਰੋਂ ਹੀ ਉਸ ਪਰੇਸ਼ਾਨੀ ਤੇ ਉਸ ਚਿੰਤਾ ਦਾ ਹੱਲ ਲੱਭਣਾ ਚਾਹੀਦਾ ਹੈ। ਤੇ ਜਿਹੜਾ ਆਪਣੇ ਅੰਦਰ ਦੀ ਖੋਜ ਕਰਦਾ ਹੈ ਨਾ, ਤੇ ਉਹ ਆਪਣੇ ਅੰਦਰੋਂ ਪਰੇਸ਼ਾਨੀ, ਆਪਣੇ ਅੰਦਰੋਂ ਚਿੰਤਾ ਦਾ ਹੱਲ ਹੀ ਨਹੀਂ ਲੱਭਦਾ, ਉਹਨੂੰ ਮੁਕਾ ਲੈਂਦਾ ਹੈ। ਆਪਾਂ ਪੜ੍ਹਦੇ ਹਾਂ ਨਾ ਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ, ਗੁਰੂ ਜੀ ਕਹਿੰਦੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਐ ਬੰਦੇ, ਤੂੰ ਅਗਰ ਰੋਜ਼ਾਨਾ ਆਪਣੇ ਅੰਦਰ ਨੂੰ ਖੋਜੇਗਾ, ਅੰਦਰ ਜਾਏਗਾ, ਗੁਰੂ ਦੇ ਗਿਆਨ ਦਾ ਸਹਾਰਾ ਲੈ ਕਰਕੇ, ਤੇਰੀਆਂ ਤਮਾਮ ਚਿੰਤਾਵਾਂ, ਦੁੱਖ, ਤਕਲੀਫਾਂ ਖਤਮ ਹੋ ਜਾਣਗੀਆਂ। ਪਰ ਬੰਦਾ ਬਾਹਰ ਜ਼ਿਆਦਾ ਦੌੜ ਰਿਹਾ ਹੈ, ਬਾਹਰ ਜ਼ਿਆਦਾ ਭਟਕ ਰਿਹਾ ਹੈ। ਬਾਹਰ ਦੀ ਖੋਜ ਕਰਨ ਵਾਲੇ ਨੇ ਬਹੁਤ ਸਾਰੀਆਂ ਸਹੂਲਤਾਂ ਤੇ ਦਿੱਤੀਆਂ ਨੇ, ਉਹ ਤਨ ਨਾਲ ਸੰਬੰਧਿਤ ਨੇ, ਉਹ ਸਹੂਲਤਾਂ, ਉਹ ਸੁੱਖ, ਉਹ ਆਰਾਮ ਦੇ ਸਾਧਨ। ਪਰ ਬਾਹਰ ਦੀਆਂ ਸਹੂਲਤਾਂ ਪ੍ਰਾਪਤ ਕਰਕੇ ਮਨੁੱਖਤਾ ਨੂੰ, ਸੰਸਾਰ ਨੂੰ ਸ਼ਾਂਤੀ, ਟਿਕਾ, ਚੈਨ ਨਹੀਂ ਮਿਲ ਸਕਿਆ। ਵਿਗਿਆਨਿਕ ਅਗਰ ਬਾਹਰ ਦੀ ਖੋਜ ਕਰ ਰਿਹਾ ਹੈ ਕਿ ਉਹ ਸਹੀ ਰਸਤੇ ਤੇ ਤੁਰ ਰਿਹਾ, ਕਿਉਂਕਿ ਉਹਦੀ ਸਾਰੀ ਖੋਜ ਬਾਹਰ ਦੀ ਹੈ। ਅਧਿਆਤਮਿਕ ਮਾਰਗ ਤੇ ਚੱਲਣ ਵਾਲਾ ਜੇ ਰੱਬ ਨੂੰ ਖੋਜਣ ਦੀ ਮਨਸ਼ਾ ਰੱਖ ਕੇ ਉਹ ਵੀ ਬਾਹਰ ਖੋਜਦਾ ਪਿਆ ਹੈ, ਤੇ ਉਹ ਗਲਤ ਹੈ, ਕਿਉਂਕਿ ਰੱਬ ਬਾਹਰ ਨਹੀਂ ਹੈ ਕਿਤੇ ਵੀ। ਰੱਬ ਅੰਦਰੋਂ ਹੀ ਪ੍ਰਗਟ ਹੋਣਾ ਹੈ, ਰੱਬ ਉਹਦੇ ਦਰਸ਼ਨ ਅੰਦਰੋਂ ਹੀ ਹੋਣੇ ਨੇ। ਤੇ ਜਿਹੜਾ ਅਧਿਆਤਮਿਕ ਰਸਤੇ ਤੇ ਤੁਰਦਾ ਹੋਇਆ ਰੱਬ ਦੀ ਪ੍ਰਾਪਤੀ ਦੇ ਵਾਸਤੇ ਬਾਹਰ ਉਸ ਨੂੰ ਲੱਭ ਰਿਹਾ ਹੈ, ਭਟਕਣਾ ਤੋਂ ਸਿਵਾ ਉਹਨੂੰ ਹੋਰ ਕੁਝ ਨਹੀਂ ਮਿਲਣਾ। ਕਿਉਂਕਿ ਰੱਬ ਨੂੰ ਜਿੰਨੇ ਵੀ ਦੇਖਿਆ ਹੈ, ਜਿੰਨੇ ਵੀ ਪ੍ਰਾਪਤ ਹੋਇਆ ਵਾ, ਉਹਨੂੰ ਅੰਤਰਮੁਖੀ ਹੋ ਕੇ ਪ੍ਰਾਪਤ ਹੋਇਆ ਵਾ। ਕਿਉਂਕਿ ਸਭ ਕਿਛ ਘਰ ਮੈਂ ਬਾਹਰ ਨਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਉਹ ਅਕਾਲ ਪੁਰਖ ਵਾਹਿਗੁਰੂ ਜੀ ਤੇ ਮਨੁੱਖ ਦੇ ਆਪਣੇ ਹਿਰਦੇ ਵਿੱਚ ਹੈ, ਆਪਣੇ ਘਟ ਦੇ ਵਿੱਚ ਹੈ, ਤੇ ਮਨੁੱਖ ਨੂੰ ਉਸ ਨੂੰ ਪ੍ਰਾਪਤ ਕਰਨ ਦੇ ਲਈ ਆਪਣੇ ਅੰਦਰੋਂ ਹੀ ਖੋਜ ਕਰਨੀ ਪਵੇਗੀ। ਜਦੋਂ ਕੋਈ ਨਾਮ ਸਿਮਰਨ ਦਾ ਓਟ ਆਸਰਾ ਲੈ ਕਰਕੇ ਨਾਮ ਸਿਮਰਨ ਦੇ ਅੰਦਰ, ਸਰੋਵਰ ਦੇ ਅੰਦਰ ਕੋਈ ਚੁੱਭੀ ਮਾਰਦਾ ਹੈ, ਤੇ ਬਾਹਰ ਆਉਂਦਾ ਹੈ, ਤੇ ਬਾਹਰ ਦਾ ਨਜ਼ਾਰਾ ਬਦਲਿਆ ਹੋਇਆ ਹੁੰਦਾ ਹੈ।
ਜਿਵੇਂ ਗਰਮੀ ਦਾ ਮੌਸਮ ਹੈ, ਸ਼ੁਰੂ ਹੋ ਗਈ ਹੈ ਗਰਮੀ, ਮਨੁੱਖ ਵਗਦੇ ਹੋਏ ਕਿਸੇ ਤਲਾਬ ਦੇ ਵਿੱਚ, ਪਾਣੀ ਦੇ ਵਿੱਚ, ਸਰੋਵਰ ਦੇ ਵਿੱਚ ਅਗਰ ਇਸ਼ਨਾਨ ਕਰਦਾ ਵਾ ਤੇ ਬਾਹਰ ਜਦੋਂ ਆਉਂਦਾ ਤੇ ਬਾਹਰ ਜਿਹੜੀ ਉਹਦੇ ਤਨ ਨੂੰ ਛੂਹ ਕੇ ਹਵਾ ਚੱਲ ਰਹੀ ਹੈ ਨਾ, ਉਹ ਵੀ ਠੰਡੀ ਪ੍ਰਤੀਤ ਹੋਏਗੀ। ਪਹਿਲਾਂ ਨਹੀਂ ਸੀ ਉਹ ਠੰਡੀ, ਹੁਣ ਕਿਉਂ ਠੰਡੀ ਪ੍ਰਤੀਤ ਹੋ ਰਹੀ? ਹੁਣ ਬਾਹਰ ਬਦਲਿਆ ਮੌਸਮ ਕਿਉਂ ਜਾਪਦਾ ਪਿਆ? ਕਿਉਂਕਿ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦਾ ਪ੍ਰਭਾਵ ਹੈ। ਮਨੁੱਖ ਉਸ ਠੰਡੇ ਪਾਣੀ ਦੇ ਵਿੱਚੋਂ ਬਾਹਰ ਆਇਆ ਹੈ ਤੇ ਹੁਣ ਹਵਾ ਜਿਹੜੀ ਹੈ ਉਹ ਤੱਤੀ ਨਹੀਂ ਲੱਗ ਰਹੀ, ਉਹਨਾਂ ਠੰਡੀ ਲੱਗ ਰਹੀ ਹੈ। ਠੀਕ ਇਸੇ ਤਰ੍ਹਾਂ ਰੱਬੀ ਨਾਮ ਰੂਪੀ ਸਰੋਵਰ ਦੇ ਵਿੱਚੋਂ ਜਦੋਂ ਕੋਈ ਇਸ਼ਨਾਨ ਕਰਕੇ ਚੁੱਭੀ ਮਾਰ ਕੇ ਬਾਹਰ ਆਉਂਦਾ ਹੈ ਤੇ ਉਹਨੂੰ ਪਹਿਲਾਂ ਤੇ ਅੰਦਰੋਂ ਸਕੂਨ ਮਿਲਦਾ ਹੈ, ਅੰਦਰੋਂ ਪਰਮੇਸ਼ਰ ਦੇ ਦਰਸ਼ਨ ਹੁੰਦੇ ਨੇ ਤੇ ਉਹਨੂੰ ਬਾਹਰੋਂ ਵੀ ਪਰਮੇਸ਼ਰ ਦਿਖਾਈ ਦੇਣ ਲੱਗ ਪੈਂਦਾ ਹੈ। ਅੰਦਰ ਵਸੇ ਬਾਹਰ ਪੀ ਹੋਈ, ਨਾਨਕ ਦਰਸ਼ਨ ਦੇਖ ਸਭ ਮੋਹੀ। ਅੰਦਰ ਵੀ ਉਹ ਹੈ ਤੇ ਬਾਹਰ ਵੀ। ਜਿਨ੍ਹਾਂ ਸਤਿਪੁਰਸ਼ਾਂ ਨੇ, ਜਿਨ੍ਹਾਂ ਦੀ ਗੱਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਅੱਜ ਇਸ ਸ਼ਲੋਕ ਵਿੱਚ ਕਰਦੇ ਪਏ ਨੇ, ਵੀ ਸੰਤਾਂ ਨੇ ਉੱਚੀ ਉੱਚੀ ਪੁਕਾਰ ਕੇ ਕਹਿ ਦਿੱਤਾ ਕਿ ਹਰ ਇੱਕ ਘਟ ਦੇ ਵਿੱਚ ਪਰਮਾਤਮਾ ਵਸਦਾ ਪਿਆ ਹੈ। ਉਹਨਾਂ ਨੇ ਕੇਵਲ ਐਵੇਂ ਨਹੀਂ ਇਹ ਲਿਖ ਦਿੱਤਾ, ਉਹਨਾਂ ਸਤਿਪੁਰਸ਼ਾਂ ਨੇ ਆਪਣੇ ਅੰਦਰੋਂ ਪਰਮਾਤਮਾ ਨੂੰ ਦੇਖਿਆ, ਆਪਣੇ ਅੰਦਰੋਂ ਪਰਮਾਤਮਾ ਨੂੰ ਅਨੁਭਵ ਕੀਤਾ ਹੈ, ਆਪਣੇ ਅੰਦਰੋਂ ਪਰਮਾਤਮਾ ਦੇ ਦਰਸ਼ਨ ਕੀਤੇ ਨੇ। ਤੇ ਜਦੋਂ ਆਪਣੇ ਅੰਦਰੋਂ ਪਰਮਾਤਮਾ ਦਿਖ ਗਿਆ, ਉਦੋਂ ਸਾਰਿਆਂ ਦੇ ਵਿੱਚੋਂ ਘਟ ਦੇ ਵਿੱਚੋਂ ਪਰਮਾਤਮਾ ਦਿਖਾਈ ਦੇਣ ਲੱਗ ਪਿਆ। ਪਰ ਪਹਿਲਾਂ ਖੋਜ ਆਪਣੇ ਆਪੇ ਤੋਂ ਕਰਨੀ ਪਵੇਗੀ। ਮਨੁੱਖ ਕਿਤਨਾ ਹੀ ਚਿਰ ਉਸ ਪਰਮਾਤਮਾ ਨੂੰ ਪੱਥਰਾਂ ਦੇ ਵਿੱਚੋਂ ਖੋਜਦਾ ਰਿਹਾ, ਅੱਜ ਵੀ ਖੋਜਦਾ ਪਿਆ ਹੈ। ਪੱਥਰਾਂ ਦੀ ਖੋਜ ਦੇ ਵਿੱਚੋਂ ਇਹਨੂੰ ਹੀਰੇ, ਪੰਨੇ, ਜਵਾਹਰਾਤ, ਪੁਖਰਾਕ, ਨਗ, ਇਹ ਕੀਮਤੀ ਚੀਜ਼ਾਂ ਤੇ ਮਿਲ ਸਕਦੀਆਂ ਹਨ, ਪਰ ਪੱਥਰਾਂ ਦੀ ਖੋਜ ਵਿੱਚੋਂ ਰੱਬ ਨਹੀਂ ਪ੍ਰਾਪਤ ਹੋ ਸਕਦਾ। ਤੇ ਮਨੁੱਖ ਨੂੰ ਜਦੋਂ ਪੱਥਰਾਂ ਦੇ ਵਿੱਚੋਂ ਨਾ ਮਿਲਿਆ ਤੇ ਮਨੁੱਖ ਫਿਰ ਤੀਰਥਾਂ ਤੇ ਗਿਆ ਕਿ ਕਿਸੇ ਤੀਰਥ ਤੇ ਜਾ ਕੇ ਰੱਬ ਦੀ ਪ੍ਰਾਪਤੀ ਹੋਏਗੀ। ਗੁਰੂ ਅਮਰਦਾਸ ਮਹਾਰਾਜ ਜੀ 62 ਸਾਲ ਤੱਕ ਲਗਾਤਾਰ 20 ਵਾਰ ਗੰਗਾ ਦੀ ਯਾਤਰਾ ਤੀਰਥ ਸਥਾਨਾਂ ਤੇ ਲਗਾਤਾਰ ਜਾਂਦੇ ਰਹੇ, ਪਰ ਰੱਬ ਦੀ ਪ੍ਰਾਪਤੀ ਨਾ ਹੋ ਸਕੀ। ਕਿਉਂਕਿ ਰੱਬ ਦੀ ਪ੍ਰਾਪਤੀ ਅੰਤਰਮੁਖੀ ਹੋ ਕੇ ਹੋਣੀ ਹੈ। ਜਦੋਂ ਗੁਰੂ ਨਾਨਕ ਦੇ ਘਰ ਵਿੱਚ ਆਏ ਤੇ ਗੁਰੂ ਸਾਹਿਬਾਨਾਂ ਦੀ ਬਾਣੀ ਨੇ ਕਹਿ ਦਿੱਤਾ ਕਿ ਭਲਿਆ ਪੁਰਸ਼ਾ, ਬਾਹਰ ਦੇ ਤੀਰਥਾਂ ਤੇ ਤੂੰ ਰੱਬ ਨੂੰ ਲੱਭਦਾ ਪਿਆ ਵਾ, ਉਹ ਤੇ ਤੇਰੇ ਅੰਦਰ ਹੈ। ਅੰਤਰਗਤ ਤੀਰਥ ਮਲ ਨਹਾਓ, ਅੰਦਰ ਦਾ ਇਸ਼ਨਾਨ ਕਰ। ਜਿਉਂ-ਜਿਉਂ ਅੰਦਰੋਂ ਮੈਲ ਦੂਰ ਹੋਵੇਗੀ, ਤਿਉਂ-ਤਿਉਂ ਰੱਬ ਜੀ ਦੇ ਨੇੜੇ ਜਾਏਗਾ, ਰੱਬ ਜੀ ਤੈਨੂੰ ਆਪਣੇ ਅੰਦਰੋਂ ਦਿਖਾਈ ਦੇਵੇਗਾ। ਗੁਰਮਤਿ ਨੇ ਉਸ ਮਨੌਤ ਨੂੰ ਖੰਡਨ ਕੀਤਾ ਹੈ ਕਿ ਪਰਮਾਤਮਾ ਕਿਸੇ ਖਾਸ ਸਥਾਨ ਤੇ ਵਸਦਾ ਹੈ, ਕਿਸੇ ਇੱਕ ਜਗ੍ਹਾ ਤੇ ਵਸਦਾ ਹੈ। ਬੜਾ ਪਿਆਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚੋਂ ਵਾਕ ਹੈ। ਗੁਰੂ ਮਹਾਰਾਜ ਜੀ ਕਹਿੰਦੇ ਨੇ, ਮੁਸਲਮਾਨ ਵੀਰਾਂ ਦਾ ਅਕੀਦਾ ਹੈ, ਵਿਸ਼ਵਾਸ ਹੈ ਕਿ ਅੱਲਾ ਕੇਵਲ ਮੱਕੇ ਦੇ ਵਿੱਚ ਵਸਦਾ ਹੈ, ਤੇ ਹਿੰਦੂ ਵੀਰਾਂ ਦਾ ਅਕੀਦਾ ਹੈ ਕਿ ਜਿਹੜਾ ਜਗਨਨਾਥਪੁਰੀ ਦਾ ਮੰਦਿਰ ਹੈ, ਜੋ ਉੱਥੇ ਮੂਰਤੀ ਬਣੀ ਹੈ ਜਗਨਨਾਥ ਜੀ ਦੀ, ਜਗਤ ਨੂੰ ਪਾਲਣ ਵਾਲਾ ਰੱਬ ਕੇਵਲ ਉੱਥੇ ਵਸਦਾ ਹੈ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਅੱਲਾ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ, ਦੋਇ ਮੈਂ ਤਤ ਨਾ ਹੇਰਾ। ਵੀ ਜੇ ਅੱਲਾ ਕੇਵਲ ਮੱਕੇ ਦੇ ਵਿੱਚ ਵਸਦਾ ਹੈ, ਮਸਜਿਦ ਦੇ ਵਿੱਚ ਵਸਦਾ ਹੈ, ਕੇਵਲ ਮੰਦਰ ਦੇ ਵਿੱਚ ਹੀ ਮੂਰਤੀ ਦੇ ਰੂਪ ਦੇ ਵਿੱਚ ਸਥਾਪਿਤ ਹੈ, ਤੇ ਬਾਕੀ ਸਾਰੇ ਸੰਸਾਰ ਦੀ ਸਾਰ ਕੌਣ ਲੈ ਰਿਹਾ, ਸਾਰੇ ਜੀਵਾਂ ਨੂੰ ਪਾਲਣਾ ਕੌਣ ਕਰਦਾ ਪਿਆ? ਜੇ ਦੋਵਾਂ ਸਥਾਨਾਂ ਦੇ ਵਿੱਚ ਹੀ ਉਹ ਕੈਦ ਹੋ ਕੇ ਬੈਠਾ ਵਾ, ਤੇ ਬਾਕੀ ਸਾਰਾ ਸੰਸਾਰ ਉਹਨੂੰ ਚਲਾਉਣ ਵਾਲਾ ਕੌਣ ਹੈ? ਕਹਿੰਦੇ ਅੱਲਾ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ, ਦੋਹਿ ਮੈਂ ਤਤ ਨਾ ਹੇਰਾ। ਦੋਵਾਂ ਕੋਲ ਤਤ ਨਹੀਂ, ਦੋਵਾਂ ਕੋਲ ਅਸਲੀਅਤ ਬਾਤ ਨਹੀਂ ਹੈ।
फिर कहते दखण देश हरि का बासा पश्चिम अलै मुकामा। हिंदू वीर कहना दखण विच है, जिधर मेरा जगन्नाथ रहिंदा है, जिथे उहदा मंदिर है जगन्नाथपुरी विच, उत्थे है हरि प्रभु भगवान का घर, उत्थे उहदा वासा। ते मुसलमान भी कहंदा नहीं पश्चिम वाल, अज भी वो पश्चिम वाल मुख करके नमाज अदा करते हैं। कारण यह है कि परमात्मा अल्लाह ताला खुदा पश्चिम वाल रहिंदा है, उधर नूं उहदा घर है। दखण देश हरि का वासा पश्चिम अलै मुकामा। दिल में खोज दिले दिल खोजो यही ठौर मुकामा। कहते दिल नूं खोज के वेख, वो ना दखण विच है ना पश्चिम विच है, ना किसी मूर्ति विच है, ना किसी मस्जिद विच है, वो तेरे अपने अंदर ही बैठा होया है। परमात्मा सर्व व्यापक है। परमात्मा किसी एक स्थान दे विच, एक मूर्त दे विच कैद होने वाली हस्ती नहीं है। हाँ, कोई धार्मिक स्थान उस परमात्मा की सोझी जरूर दे सकता है। जिवें आपां गुरु घर में आउंदे हां, उस परमात्मा के गुण, उस परमात्मा की सोझी, उस परमात्मा की जानकारी ज्ञान इत्थों जरूर हासिल होंदा। जे हुण मैं कह दियां भी इत्थे ही रब है, होर किते जाण की लोड़ ही नहीं तुहानूं, इत्थे आओ इत्थे ही रब है, असीं रब नूं बिठा के रखना, ये गल नहीं। परमात्मा ते घट घट विच वसिया होया है। मंदिर मस्जिद गुरुद्वारे उत्थे बह के उस परमात्मा के गुणों की विचार करनी है, परमात्मा नूं खोजना, लभना मनुख नूं अपने हिरदे विचों ही है। अपने अंदर की खोज विचों उस परमात्मा की प्राप्ति होनी है। वो परमात्मा ते सर्व व्यापक इउं है, जिवें गुरु पातशाह जी कहंदे आ कि सगल बनस्पत में बै संतर, सगल दूध में घिया, ऊंच नीच में जोत समानी, घट घट माधो दी, घट घट में हरजू रस। कहते जिवें हर एक लकड़ी दे विच अग है, हर एक दुध दे विच मक्खण है, इवें ही हर एक शरीर विच परमात्मा वसदा पिया है। हर एक घट दे विच परमात्मा वसदा पिया है। शबनी घटी सौ वसै, शै बिन घट ना कोई। हर एक घट विच परमात्मा है, हर एक शरीर विच परमात्मा है। जे हर एक शरीर दे विच परमात्मा है तो फिर नजरी क्यों नहीं आउंदा, फिर दिखदा क्यों नहीं, उहदे दर्शन क्यों नहीं होंदे। पातशाह भाई नंद लाल जी कहंदे ने, वो दिखदा इस करके नहीं क्योंकि तेरा दिल शैतानां नाल सांझ पा चुकिया है। तेरा दिल साफ नहीं है, तेरे दिल के अंदर विकार बैठे हुए ने, अवगुण बैठे हुए ने। तू विकारां दे झूठ के मार्ग ते तुरन वाला पांधी बनिया होया, इस करके तेनों अपने अंदरों नहीं दिखता पिया। कहते जे परमात्मा नूं देखना चाहुंदा वां ते कहते ने अपने दिल दे विच सियाणप लिया, अपने दिल नूं साफ ते पाक ते पवित्र कर। कहते दिल अगर दाना बवद, अंदर कनाश यार अस्त। ते फिर कहते ने चश्मे गर दीना बवद, हर तरफ यार अस्त, दिदार अस्त। कहते ने जे तेरे दिल विच सियाणप आ जाए, जे तेरे दिल के अंदर सचमुच प्रभु दे नाल प्यार करन वाला जज्बा जाग जाए, तू सच्ची मुच्ची परमात्मा नूं अंदरों प्यार करन वाला बन जाए, सियाणा बन जाए, दिल नूं सुच्चा कर लवे, तेरी अंदर ही बुक्कड़ दे विच कोने दे विच यार बैठा होया है, परमात्मा बैठा होया है। जे तेनू वो अखां मिल जाण, इन्हां अखां दे नाल ते तू अपना पराया देखदा पिया है। जे तेनू वो अखां मिल जाण ते कहंदे ने उन्हां अखां नाल फिर वेखी तेनू हर तरफ उस परमात्मा दे दीदार होणगे। बुल्ले शाह जी कहंदे आ, ओ साडे कोलों वख नहीं पर साडे कोल देखण वाली अख नहीं। परमात्मा साडे तो वख नहीं है, पर गल यह है कि साडे कोल वो अख नहीं अजे तक प्राप्त हो सकी
ਜਿਹੜੀ ਪਰਮਾਤਮਾ ਨੂੰ ਦੇਖ ਸਕੇ। ਜਿਵੇਂ ਸੰਤਾਂ ਨੇ ਪੁਕਾਰ ਕੇ ਕਹਿ ਦਿੱਤਾ, ਕਿਉਂਕਿ ਉਹ ਅੱਖ ਪ੍ਰਾਪਤ ਹੋ ਸਕੀ ਸੀ। ਉਹ ਸੁਰਤ ਦੀਆਂ ਅੱਖਾਂ, ਉਹ ਗਿਆਨ ਦੀਆਂ ਅੱਖਾਂ ਪ੍ਰਾਪਤ ਹੋ ਚੁੱਕੀਆਂ ਸਨ, ਜਿਨ੍ਹਾਂ ਦੇ ਰਾਹੀਂ ਰੱਬ ਅੰਦਰੋਂ ਦੇਖ ਗਿਆ, ਬਾਹਰੋਂ ਦੇਖ ਗਿਆ। ਤੇ ਪਰਮਾਤਮਾ ਦਿਖਦਾ ਕਿਉਂ ਨਹੀਂ? ਕਿਉਂਕਿ ਅੰਦਰ ਇੱਕ ਕਾਈ ਬਣੀ ਹੋਈ ਹੈ, ਮਾਇਆ ਦੀ ਕਾਈ ਹੈ, ਵਿਕਾਰਾਂ ਦੀ ਕਾਈ ਹੈ, ਜਾਲਾ ਹੈ। ਥੱਲੇ ਤੇ ਨਿਰਮਲ ਜਲ ਹੈ, ਨਿਰਮਲ ਸੋਨਾ ਹੈ। ਬੜਾ ਪਿਆਰਾ ਬਚਨ ਹੈ ਗੁਰੂ ਪਾਤਸ਼ਾਹ ਜੀ ਦਾ। ਗੁਰੂ ਮਹਾਰਾਜ ਜੀ ਕਹਿੰਦੇ ਨੇ, ਕਾਹੇ ਰੇ ਮਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੂੰ ਹੀ ਸੰਗ ਸਮਾਈ। ਕਿਉਂ ਉਸ ਪਰਮਾਤਮਾ ਨੂੰ ਜੰਗਲਾਂ ਬੀਆਬਾਨਾਂ ਦੇ ਵਿੱਚ ਲੱਭਣ ਵਾਸਤੇ ਭਟਕਦਾ ਫਿਰਦਾ? ਉਹ ਤੇ ਤੇਰੇ ਅੰਗ ਸੰਗ ਤੇਰੇ ਅੰਦਰ ਹੀ ਮੌਜੂਦ ਹੈ। ਕਾਹੇ ਰੇ ਮਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੂੰ ਹੀ ਸੰਗ ਸਮਾਈ। ਪੁਅਪ ਮਦ ਜਿਉ ਬਾਸ ਬਸਤ ਹੈ, ਮਗਰ ਨ ਜੈਸੇ ਸ਼ਾਈ। ਉਹ ਤੇ ਇਉਂ ਹੈ ਤੇਰੇ ਅੰਦਰ ਜਿਵੇਂ ਫੁੱਲ ਦੇ ਵਿੱਚ ਖੁਸ਼ਬੂ ਛਿਪੀ ਹੋਈ ਹੈ। ਦਿਖਦੀ ਹੈ ਖੁਸ਼ਬੂ, ਉਹਦਾ ਆਭਾਸ ਹੁੰਦਾ ਹੈ, ਉਹਦਾ ਅਨੁਭਵ ਹੁੰਦਾ। ਜਦੋਂ ਫੁੱਲ ਦੇ ਕੋਲ ਬੰਦਾ ਜਾਂਦਾ ਹੈ, ਸੁਗੰਧੀ ਨੱਕ ਤੱਕ ਪਹੁੰਚਦੀ ਹੈ ਤੇ ਪਤਾ ਲੱਗਦਾ ਵੀ ਇਸ ਫੁੱਲ ਦੇ ਵਿੱਚ ਆ ਸੁਗੰਧੀ ਹੈ। ਸ਼ੀਸ਼ੇ ਦੇ ਵਿੱਚ ਤੇਰਾ ਅਕਸ਼ ਛਿਪਿਆ ਹੋਇਆ, ਜਦੋਂ ਸ਼ੀਸ਼ੇ ਦੇ ਸਾਹਮਣੇ ਹੁੰਦਾ ਹੈ, ਉਦੋਂ ਤੇਰੀ ਤਸਵੀਰ ਸ਼ੀਸ਼ਾ ਦਿਖਾ ਦਿੰਦਾ ਹੈ, ਉਹਦੇ ਵਿੱਚ ਤੇਰੀ ਤਸਵੀਰ ਛਿਪੀ ਹੋਈ ਹੈ। ਪੁਅਪ ਮਦ ਜਿਉ ਬਾਸ ਬਸਤ ਹੈ, ਮਕਰ ਮੈਂ ਜੈਸੇ ਸ਼ਾਈ, ਤੈਸੇ ਹੀ ਅਰ ਬਸੇ ਨਿਰੰਤਰ ਘਟ ਹੀ ਖੋਜੋ ਪਾਏ। ਇਸ ਤਰ੍ਹਾਂ ਹੀ ਤੇਰੇ ਅੰਦਰ ਪਰਮਾਤਮਾ ਵਸਦਾ ਪਿਆ, ਉਹਨੂੰ ਆਪਣੇ ਅੰਦਰੋਂ ਖੋਜਣ ਦਾ ਯਤਨ ਕਰ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਆ ਭਰਮ ਦੀ ਕਾਈ ਹੈ ਨਾ ਜਿਹੜੀ। ਹੁਣ ਬੰਦਾ ਪਿਆਸਾ ਤਲਾਬ ਦੇ ਕਿਨਾਰੇ ਬੈਠਾ ਹੋਇਆ ਵਾ, ਹੁਣ ਤਲਾਬ ਦੇ ਉੱਤੇ ਉਹ ਹਰੀ ਹਰੀ ਕਾਈ ਜੰਮ ਚੁੱਕੀ ਹੈ, ਪਿਆਸਾ ਹੈ, ਉਹਨੂੰ ਪਾਣੀ ਨਜ਼ਰ ਨਹੀਂ ਆ ਰਿਹਾ। ਪਰ ਸਿਆਣਾ ਹੋਵੇ ਤੇ ਉਹਨੂੰ ਜਾ ਕੇ ਦੱਸੇ, ਭਲਿਆ ਪਿਆਸਾ ਹੈ ਤੇ ਤਲਾਬ ਦੇ ਕੋਲ ਬੈਠਾ ਹੈ, ਕਾਈ ਨੂੰ ਜਾੜੇ ਨੂੰ ਕਪਾਸੇ ਲਾ ਤੇ ਇਹਦੇ ਵਿੱਚੋਂ ਨਿਰਮਲ ਜਲ ਪੀ ਕੇ ਪਿਆਸ ਬੁਝਾ ਆਪਣੀ। ਤੈਨੂੰ ਜਲ ਇਸੇ ਵਾਸਤੇ ਨਜ਼ਰ ਨਹੀਂ ਆ ਰਿਹਾ ਕਿਉਂਕਿ ਉੱਪਰ ਕਾਈ ਹੈ। ਤੂੰ ਵੀ ਪਰਮਾਤਮਾ ਨੂੰ ਲੱਭਦਾ ਫਿਰਦਾ ਹੈ, ਆਤਮਿਕ ਸ਼ਾਂਤੀ ਟਿਕਾ ਸੁੱਖ ਨੂੰ ਲੱਭਦਾ ਫਿਰਦਾ, ਸਾਰਾ ਕੁਝ ਤੇਰੇ ਅੰਦਰ ਪਿਆ ਹੈ। ਪਰ ਕਾਈ ਵਿਕਾਰਾਂ ਦੀ, ਮਾਇਆ ਦੀ ਕਾਈ ਨੂੰ ਗੁਰੂ ਦੇ ਗਿਆਨ ਦੇ ਰਾਹੀਂ ਲਾ ਕੇ ਪਾਸੇ ਕਰ ਦੇ। ਜਿਸ ਬੰਦੇ ਨੂੰ ਵਿਕਾਰੀ ਜੀਵਨ ਭੋਗਣ ਕਰਕੇ, ਮੰਦੇ ਕਰਮ ਕਰਨ ਕਰਕੇ ਅੱਜ ਇਨਸਾਨ ਉਸ ਨੂੰ ਸ਼ੈਤਾਨ ਆਖਦਾ ਪਿਆ ਹੈ, ਪਾਪੀ ਆਖਦਾ ਪਿਆ ਹੈ, ਜਦੋਂ ਕੋਈ ਬੰਦਾ ਗੁਰੂ ਦਾ ਗਿਆਨ ਦਾ ਓਟ ਆਸਰਾ ਲੈ ਕੇ, ਸਤ ਸੰਗ ਦਾ ਓਟ ਆਸਰਾ ਲੈ ਕੇ ਜਦੋਂ ਆਪਣੇ ਜੀਵਨ ਨੂੰ ਸਵਾਰਦਾ ਹੈ, ਕੋਈ ਰੱਬ ਰੂਪ ਵੀ ਹੋ ਜਾਂਦਾ ਹੈ। ਗੁਰੂ ਜਦੋਂ ਗਿਆਨ ਦੀ ਹਥੌੜੀ ਲੈ ਕਰਕੇ, ਛੈਣੀ ਲੈ ਕਰਕੇ ਜਦੋਂ ਉਹਦੀ ਸੁਰਤ ਦੇ ਨਾਲ ਜੁੜਿਆ ਹੋਇਆ ਵਿਕਾਰਾਂ ਦਾ ਪੱਥਰ, ਇਹ ਮੈਲ ਸਾਰਾ ਕੁਝ ਲਾ ਦਿੰਦਾ ਹੈ, ਅੰਦਰੋਂ ਇੱਕ ਰੱਬ ਦੀ ਮੂਰਤ ਉਹਦੇ ਅੰਦਰੋਂ ਜਨਮ ਲੈਂਦੀ, ਜਿਹਨੂੰ ਕੁਝ ਦਿਨ ਪਹਿਲਾਂ ਸ਼ੈਤਾਨ ਮੰਨਿਆ ਜਾ ਰਿਹਾ ਸੀ, ਪਾਪੀ ਮੰਨਿਆ ਜਾ ਰਿਹਾ ਸੀ। ਹੁਣ ਮੂਰਤੀ ਨੂੰ ਘੜਨਹਾਰਾ ਉਹ ਜਦੋਂ ਮੂਰਤੀ ਘੜਨ ਵਾਸਤੇ ਆਇਆ, ਇੱਕ ਪੱਥਰ ਹੈ ਉਹਦੇ ਸਾਹਮਣੇ ਪਿਆ ਤੇ ਦੋ ਹੀ ਚੀਜ਼ਾਂ ਉਹ ਲੈ ਕੇ ਆਇਆ, ਹੋਰ ਕੋਈ ਚੀਜ਼ ਨਹੀਂ ਲੈ ਕੇ ਆਇਆ। ਉਹਦੇ ਕੋਲ ਹਥੌੜੀ ਹੈ ਤੇ ਉਹਦੇ ਕੋਲ ਛੈਣੀਆਂ ਨੇ, ਬਸ ਇਸ ਤੋਂ ਇਲਾਵਾ ਹੋਰ ਕੁਝ ਨਹੀਂ। ਤੇ ਜਦੋਂ ਉਸ ਨੇ ਹਥੌੜੀ ਦੇ ਨਾਲ ਛੈਣੀ ਦਾ ਸਹਾਰਾ ਲੈ ਕਰਕੇ ਜਦੋਂ ਉਸ ਪੱਥਰ ਨੂੰ ਛਾਂਗਿਆ ਤੇ ਉਹਦੇ ਵਿੱਚੋਂ ਇੱਕ ਮੂਰਤੀ ਨਿਕਲੀ ਤੇ ਵੇਖਣ ਵਾਲਿਆਂ ਲੋਕਾਂ ਨੇ ਆਖਿਆ ਵੀ ਇਹ ਬੜੀ ਕਮਾਲ ਦੀ ਤੂੰ ਮੂਰਤੀ ਬਣਾਈ। ਉਹ ਕਹਿੰਦਾ ਨਹੀਂ, ਮੂਰਤੀ ਤੇ ਰੱਬ ਨੇ ਇਹਦੇ ਅੰਦਰ ਫਿੱਟ ਕੀਤੀ ਹੋਈ ਸੀ। ਆ ਬਾਹਰਲਾ ਵਾਧੂ ਪੱਥਰ ਜਿਹੜਾ ਉਹ ਮੈਂ ਛੈਣੀ ਦਾ ਤੇ ਇਹ ਹਥੌੜੀ ਦਾ ਸਹਾਰਾ ਲੈ ਕੇ ਲਾ ਦਿੱਤਾ, ਮੂਰਤੀ ਆਪਣੇ ਆਪ ਵਿੱਚੋਂ ਪ੍ਰਗਟ ਹੋ ਗਈ। ਸਾਡੀ ਸੁਰਤ ਦੇ ਆਲੇ ਦੁਆਲੇ ਇਹ ਵਿਕਾਰਾਂ ਦਾ ਪੱਥਰ, ਇਹ ਗੁਨਾਹਾਂ ਦਾ ਪੱਥਰ, ਆਪਣਿਆਂ ਬੇਗਾਨਿਆਂ ਦਾ ਇਸ ਮੋਹ ਸਾਰਾ ਭਾਰ ਅਸੀਂ ਚੁੱਕੀ ਫਿਰਦੇ ਹਾਂ। ਜਦੋਂ ਗੁਰੂ ਦੇ ਕੋਲ ਕੋਈ ਆਉਂਦਾ ਹੈ, ਗੁਰੂ ਗਿਆਨ ਦਾ ਹਥੌੜਾ ਲੈ ਕੇ, ਗਿਆਨ ਦੀ ਛੈਣੀ ਲੈ ਕੇ ਇਹ ਬਾਹਰ ਆ ਪੱਥਰ ਜਿਹੜਾ ਭਾਰ ਹੈ ਵਿਕਾਰਾਂ ਦਾ, ਮੋਹ ਦਾ, ਇਹ ਲਾ ਦਿੰਦਾ ਹੈ। ਫਿਰ ਅੰਦਰੋਂ ਜਿਹੜੀ ਘਾੜਤ ਘੜੀ ਜਾਂਦੀ ਹੈ, ਜੋ ਮੂਰਤੀ ਸਾਹਮਣੇ ਆਉਂਦੀ ਹੈ, ਉਹ ਗੁਰਮੁਖ, ਉਹ ਗੁਰਸਿੱਖ, ਉਹ ਭਗਤ, ਉਹ ਬ੍ਰਹਮ ਗਿਆਨੀ, ਉਹ ਰੱਬ ਦਾ ਰੂਪ, ਐਸੀ ਸ਼ਖਸੀਅਤ ਘੜ ਕੇ ਸਾਹਮਣੇ ਆਉਂਦੀ ਹੈ।
ਫਾਲਤੂ ਸਮਾਨ ਪੱਥਰ ਦੇ ਨਾਲੋਂ ਲਾ ਦਿੱਤਾ ਜਾਂਦਾ ਹੈ ਤੇ ਇੱਕ ਮੂਰਤੀ ਸਾਹਮਣੇ ਪ੍ਰਗਟ ਹੋ ਜਾਂਦੀ, ਜਿਹਨੂੰ ਲੋਕ ਭਗਵਾਨ ਕਹਿੰਦੇ ਨੇ। ਇਸ ਜਿੰਦ, ਇਸ ਸੁਰਤ ਦੇ ਆਲੇ ਦੁਆਲੇ ਵਿਕਾਰਾਂ ਦਾ ਜੋ ਪੱਥਰ ਹੈ, ਜੋ ਭਾਰ ਚੁੱਕੀ ਫਿਰਦਾ, ਉਹਨੂੰ ਗੁਰੂ ਜਦੋਂ ਉਤਾਰ ਦਿੰਦਾ ਫਿਰ ਇਹ ਵੀ ਰੱਬ ਦਾ ਰੂਪ ਹੋ ਜਾਂਦਾ ਹੈ। ਸੋ ਮਨੁੱਖ ਨੂੰ ਆਪਣੇ ਅੰਦਰੋਂ ਉਸ ਪਰਮਾਤਮਾ ਨੂੰ ਲੱਭਣਾ ਪਵੇਗਾ। ਬਾਬਾ ਕਬੀਰ ਸਾਹਿਬ ਜੀ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਇਤਿਹਾਸ ਵਿੱਚ ਕਿਤੇ ਨਹੀਂ ਆਉਂਦਾ ਕਿ ਬਾਬਾ ਕਬੀਰ ਸਾਹਿਬ ਜੀ ਕਦੇ ਹੱਜ ਕਰਨ ਗਏ ਨੇ, ਪਰ ਬਾਣੀ ਵਿੱਚ ਐਸਾ ਉਹਨਾਂ ਦੀ ਪੜ੍ਹਨ ਨੂੰ ਮਿਲਦਾ ਕਿ ਹੱਜ ਕਰਨ ਗਏ ਨੇ। ਵੈਸੇ ਉਹ ਹੱਜ ਕਰਨ ਬਾਬਾ ਕਬੀਰ ਸਾਹਿਬ ਜੀ ਨਹੀਂ ਗਏ, ਜਿਹੜੇ ਇਹ ਮਨਸ਼ਾ ਰੱਖ ਕੇ ਹੱਜ ਕਰਨ ਜਾਂਦੇ ਸਨ ਕਿ ਉੱਥੇ ਖੁਦਾ ਦਾ ਘਰ ਹੈ, ਉੱਥੇ ਜਾ ਕੇ ਕਿਸੇ ਜਾਨਵਰ ਦੀ ਕੁਰਬਾਨੀ ਅੱਲਾਹ ਦੇ ਨਾਮ ਤੇ ਦਿਆਂਗੇ ਤੇ ਅੱਲਾਹ ਖੁਸ਼ ਹੋਏਗਾ, ਅੱਲਾਹ ਸਾਨੂੰ ਪਿਆਰ ਕਰੇਗਾ। ਕਬੀਰ ਸਾਹਿਬ ਜੀ ਕਹਿੰਦੇ ਨੇ, ਮੈਂ ਵੀ ਜਦੋਂ ਹੱਜ ਕਰਨ ਵਾਸਤੇ ਗਿਆ ਨਾ, ਹੱਜ ਕਾਬੇ ਹੋ ਜਾਏ ਤਾਂ ਆਗੇ ਮਿਲਿਆ ਖੁਦਾਏ। ਮੈਂ ਸੋਚਿਆ ਮੈਨੂੰ ਰੱਬ ਮੇਰੀ, ਮੈਂ ਹੱਜ ਕਰਨ ਜਾ ਰਿਹਾ ਹਾਂ ਤੇ ਰੱਬ ਮੇਰੇ ਤੇ ਖੁਸ਼ ਹੋਏਗਾ, ਬੜਾ ਪ੍ਰਸੰਨ ਹੋਏਗਾ, ਪਰ ਰੱਬ ਮੈਨੂੰ ਉਲਟਾ ਪੈ ਗਿਆ। ਕਹਿੰਦੇ ਕਬੀਰ ਹੱਜ ਕਾਬੇ ਹੋ ਜਾਏ ਤਾਂ ਆਗੇ ਮਿਲਿਆ ਖੁਦਾਏ, ਸਾਈਂ ਮੁਝਸੇ ਲੜ ਪਰਿਆ ਤੁਝੇ ਕਿਨ ਫਰਮਾਈ ਗਾਏ। ਤੂੰ ਬੇਵਕੂਫ ਹੈ, ਤੂੰ ਭੀੜ ਦਾ ਸਹਾਰਾ ਲੈ ਕੇ ਇਹਨਾਂ ਲੋਕਾਂ ਦੇ ਮਗਰ ਤੂੰ ਵੀ ਤੁਰ ਪਿਆ। ਆਪਣੇ ਦਿਲ ਵਿੱਚ ਬੈਠ, ਮੈਂ ਤੇਰੇ ਦਿਲ ਵਿੱਚ ਹੀ ਮੌਜੂਦ ਹਾਂ। ਤੇਰੀ ਦਿੱਤੀ ਹੋਈ ਗਾਂ ਦੀ ਕੁਰਬਾਨੀ ਮੈਨੂੰ ਕੋਈ ਲੋੜ ਨਹੀਂ ਹੈ, ਮੈਂ ਤੇਰੇ ਦਿਲ ਵਿੱਚ ਹੀ ਬੈਠਾ ਹਾਂ। ਕਿਤੇ ਸਿਦਕ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਏ, ਜਾਂ ਕੀ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ। ਕਹਿੰਦੇ ਜੇ ਇਹਨਾਂ ਆਪਣੇ ਸਰੀਰ ਦੀਆਂ ਇੰਦਰੀਆਂ ਨੂੰ ਕਾਬੂ ਵਿੱਚ ਨਹੀਂ ਰੱਖਿਆ, ਵਿਕਾਰਾਂ ਦੀ ਮਾਰ ਤੋਂ ਨਹੀਂ ਬਚਾਇਆ, ਫਿਰ ਹੱਜ ਜਾ ਕੇ ਵੀ ਰੱਬ ਨਹੀਂ ਪ੍ਰਾਪਤ ਹੋਵੇਗਾ। ਜਿੰਨਾ ਚਿਰ ਅੰਦਰੋਂ ਦਿਲ ਸਾਫ਼ ਨਹੀਂ ਨਾ, ਹੱਜ ਜਾਣ ਵਾਲੇ ਨੂੰ ਵੀ ਖੁਦਾ ਦੀ ਪ੍ਰਾਪਤੀ ਨਹੀਂ ਹੋਣੀ। ਫਿਰ ਅੱਗੇ ਕਹਿੰਦੇ ਕਬੀਰ ਅੱਲਾ ਕੀ ਕਰ ਬੰਦਗੀ, ਜਿਸ ਸਿਮਰਤ ਦੁਖ ਜਾਏ, ਦਿਲ ਮੇ ਸਾਈਂ ਪ੍ਰਗਟੈ ਬੁਝੇ ਬਲੰਦੀ ਨਾਏ। ਕਹਿੰਦੇ ਜੇ ਰੱਬ ਨੂੰ ਪਾਉਣਾ ਹੀ ਨਾ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰ, ਉਹਦੀ ਬੰਦਗੀ ਕਰ, ਨਾਲੇ ਤੇ ਤੇਰੇ ਦੁੱਖ ਖਤਮ ਹੋਣਗੇ। ਉਹ ਸਾਈਂ ਤੇਰੇ ਅੰਦਰੋਂ ਪ੍ਰਗਟ ਹੋਵੇਗਾ, ਕਿਉਂਕਿ ਉਹ ਬਾਹਰ ਨਹੀਂ, ਉਹ ਤੇਰੇ ਅੰਦਰ ਹੀ ਹੈ। ਤੇ ਜਿਨ੍ਹਾਂ ਨੇ ਆਪਣੇ ਅੰਦਰ ਦੀ ਖੋਜ ਕੀਤੀ, ਉਹਨਾਂ ਨੂੰ ਅੰਦਰੋਂ ਤੇ ਬਾਹਰੋਂ ਪਰਮਾਤਮਾ ਦਿਖਿਆ। ਤੇ ਸੱਚ ਜਾਣਿਓ, ਜਿਹੜੀ ਧਰਮ ਦੀ ਸਿਖਰ ਹੈ, ਸਾਧਨਾ ਦੀ ਜਿਹੜੀ ਸਿਖਰ ਹੈ, ਉਹ ਹੈ ਰੱਬ ਨੂੰ ਆਪਣੇ ਅੰਦਰੋਂ ਵੇਖ ਲੈਣਾ ਤੇ ਬਾਹਰੋਂ ਵੇਖ ਲੈਣਾ। ਉਹਨਾਂ ਚਿਰ ਬੰਦਾ ਧਰਮੀ ਨਹੀਂ ਮੰਨਿਆ ਜਾਏਗਾ, ਜਿੰਨਾ ਚਿਰ ਉਹ ਆਪਣੇ ਅੰਦਰੋਂ ਤੇ ਦੂਜਿਆਂ ਦੇ ਅੰਦਰੋਂ ਪਰਮਾਤਮਾ ਨੂੰ ਦੇਖਣ ਵਾਲਾ ਨਹੀਂ ਬਣਿਆ। ਅੱਜ ਵੇਖੋ ਧਰਮ ਦੇ ਨਾਮ ਤੇ ਝਗੜੇ ਹੋ ਰਹੇ ਨੇ। ਇੱਕ ਮਜ਼ਹਬ ਦੇ ਲੋਕ ਦੂਜੇ ਮਜ਼ਹਬ ਦੇ ਲੋਕਾਂ ਨੂੰ ਮਾੜਾ ਆਖਦੇ ਪਏ ਹਨ। ਮਾੜਾ ਹੀ ਨਹੀਂ ਆਖਦੇ ਪਏ, ਉਹਨਾਂ ਦੇ ਘਰ ਫੂਕੇ ਜਾ ਰਹੇ ਨੇ, ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ, ਉਹਨਾਂ ਨੂੰ ਮਾਰਿਆ ਜਾ ਰਿਹਾ ਹੈ। ਧਰਮ ਦੇ ਕੱਟੜਵਾਦ ਦੇ ਸ਼ਿਕਾਰ ਹੋ ਕੇ ਕਿ ਮੇਰਾ ਧਰਮ ਚੰਗਾ ਹੈ, ਮੇਰੇ ਧਰਮ ਦੇ ਲੋਕ ਚੰਗੇ ਨੇ। ਆਹ ਜਿਹੜੇ ਸਾਹਮਣੇ ਲੋਕ ਦੇਖਦੇ ਪਏ ਨੇ, ਜਿਨ੍ਹਾਂ ਦਾ ਦੂਸਰਾ ਧਰਮ ਹੈ, ਦੂਸਰੇ ਫਿਰਕੇ ਦੇ ਨੇ, ਇਹ ਨਿਰਦਈ ਨੇ। ਇਹ ਲੋਕ ਜਿੰਦੇ ਨਹੀਂ ਰਹਿਣੇ ਚਾਹੀਦੇ, ਇਹ ਲੋਕ ਮੇਰੇ ਦੇਸ਼ ਵਿੱਚ ਨਹੀਂ ਰਹਿਣੇ ਚਾਹੀਦੇ। ਕੁੱਟ ਕੇ ਆਪਣੇ ਇਸ਼ਟ ਦਾ ਨਾਮ ਲੈ ਕੇ ਉਹਨਾਂ ਨੂੰ ਮਾਰਿਆ ਜਾ ਰਿਹਾ, ਤੇ ਤੁਸੀਂ ਉਹਨਾਂ ਨੂੰ ਧਰਮੀ ਆਖੋ? ਬਿਲਕੁਲ ਨਹੀਂ। ਅਸਲ ਧਰਮੀ ਤੇ ਬਾਬਾ ਕਬੀਰ ਸਾਹਿਬ ਜੀ ਨੇ, ਉਹ ਖੁਦਾ ਦੇ ਨਾਮ ਤੇ, ਰੱਬ ਦੇ ਨਾਮ ਤੇ ਲੋਕਾਂ ਨੂੰ ਮਾਰਨ ਵਾਲਿਆ, ਝਗੜਾ ਪਾਉਣ ਵਾਲਿਆ, ਆਪਣੇ ਆਪ ਨੂੰ ਚੰਗਾ ਤੇ ਦੂਜੇ ਨੂੰ ਮਾੜਾ ਸਮਝਣ ਵਾਲਿਆ। ਤੈਨੂੰ ਤੇ ਅਜੇ ਤੱਕ ਇਹ ਹੀ ਨਹੀਂ ਪਤਾ, ਜਿਹਨੂੰ ਮਾੜਾ ਕਹਿ ਰਿਹਾ ਉਹਦੇ ਵਿੱਚ ਵੀ ਰੱਬ ਦਾ ਨੂਰ ਹੈ। ਨਾ ਤੂੰ ਆਪਣੇ ਅੰਦਰੋਂ ਦੇਖ ਸਕਿਆ, ਨਾ ਦੂਜੇ ਦੇ ਅੰਦਰੋਂ ਦੇਖ ਸਕੇ। ਕਹਿ ਦਿੱਤਾ ਬਾਬਾ ਕਬੀਰ ਸਾਹਿਬ ਜੀ ਨੇ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਕੋ ਨੂਰ ਤੋਂ ਤੁਸੀਂ ਪੈਦਾ ਹੋਏ, ਤੇਰੇ ਅੰਦਰ ਵੀ ਉਸ ਪਰਮਾਤਮਾ ਖੁਦਾ ਦਾ ਨੂਰ ਹੈ। ਉਹਦੇ ਨਾਮ ਤੇ ਝਗੜੇ ਪਾ ਕੇ ਤੂੰ ਬੈਠਾ ਹੋਇਆ ਤੇ ਦੂਜੇ ਨੂੰ ਮਾੜਾ ਆਖ। ਜਿੰਨਾ ਚਿਰ ਮਨੁੱਖ ਦੇ ਅੰਦਰ ਇਹ ਭਾਵਨਾ ਹੈ ਕਿ ਮੈਂ ਚੰਗਾ, ਮੇਰਾ ਮਜ਼ਹਬ ਚੰਗਾ, ਮੇਰਾ ਪੰਥ ਚੰਗਾ, ਦੂਜੇ ਸਾਰੇ ਕਾਫਰ ਨੇ, ਦੂਜੇ ਸਾਰੇ ਮਾੜੇ ਨੇ, ਮਲੇਸ਼ ਨੇ,
ਦੂਜੇ ਨਹੀਂ ਜਿੰਦੇ ਰਹਿਣੇ ਚਾਹੀਦੇ, ਜਾਂ ਤੇ ਆਪਣਾ ਮਜ਼ਹਬ ਛੱਡ ਕੇ ਮੇਰੇ ਮਜ਼ਹਬ ਵਿੱਚ ਆ ਜਾਣ, ਮੇਰੇ ਪੰਥ ਵਿੱਚ। ਇਹ ਭਾਵਨਾ ਜਿੰਨਾ ਚਿਰ ਬੰਦੇ ਦੀ ਰਹੇਗੀ, ਬੰਦਾ ਉਹਨਾਂ ਚਿਰ ਧਰਮੀ ਨਹੀਂ ਜੇ ਅਖਵਾ ਸਕੇਗਾ। ਧਰਮੀ ਬੰਦੇ ਦੀ ਇਹ ਨਿਸ਼ਾਨੀਆਂ, ਫਰੀਦਾ ਖਾਲਕ ਖਲਕ ਖਲਕ ਮੈਂ ਖਲਕ ਵਸੈ ਰਬ ਮਾਏ, ਬੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ। ਕਿਉਂ ਮੈਂ ਬੰਦਾ ਆਖਾਂ? ਖਲਕਤ ਦੇ ਵਿੱਚ ਰੱਬ ਵਸਦਾ ਹੈ ਤੇ ਰੱਬ ਦੇ ਵਿੱਚ ਖਲਕਤ ਵਸਦੀ ਪਈ ਹੈ, ਬੰਦਾ ਤੇ ਕੋਈ ਹੈ ਹੀ ਨਹੀਂ। ਠੀਕ ਜਦੋਂ ਪਰਿਵਾਰ ਦੇ ਮੈਂਬਰਾਂ ਨੂੰ ਆਪਣੇ ਅੰਦਰੋਂ ਤੇ ਦੂਸਰੇ ਦੇ ਅੰਦਰੋਂ ਜਦੋਂ ਦਿਖਣਾ ਸ਼ੁਰੂ ਹੋ ਗਿਆ, ਪਰਿਵਾਰ ਦੇ ਕਲਮ ਕਲੇਸ਼ ਮਿਟਣੇ ਸ਼ੁਰੂ ਹੋ ਜਾਣਗੇ ਨੇ। ਕਈ ਵਾਰੀ ਇਹ ਉਦਾਹਰਨਾਂ ਦਿੱਤੀ ਆ ਵੀ ਜਦੋਂ ਸੱਸ ਨੂੰ ਆਪਣੀ ਨੂੰਹ ਦੇ ਵਿੱਚੋਂ ਖੁਦਾ ਦਿਖਣਾ ਸ਼ੁਰੂ ਹੋ ਗਿਆ ਤੇ ਨੂੰਹ ਨੂੰ ਆਪਣੀ ਸੱਸ ਦੇ ਵਿੱਚੋਂ ਖੁਦਾ ਦਿਖਣਾ ਸ਼ੁਰੂ ਹੋ ਗਿਆ, ਜੋ ਨੂੰਹ ਸੱਸ ਦਾ ਤਕਰਾਰ ਬਣਿਆ ਰਹਿੰਦਾ ਸੀ ਨਾ ਘਰ ਦੇ ਵਿੱਚ, ਨਿੱਕੀ ਨਿੱਕੀ ਗੱਲ ਤੇ ਜੋ ਝਗੜੇ ਬਣੇ ਰਹਿੰਦੇ ਸਨ, ਉਹ ਝਗੜੇ ਮਿਟ ਜਾਣਗੇ। ਭਾਈ ਕਨਈਆ ਜੀ ਨੂੰ ਰੱਬ ਦੀ ਜੋਤ ਦਿਖਾਈ ਦਿੰਦੀ ਹੈ ਤੇ ਜਿਹੜੇ ਦੁਸ਼ਮਣ ਵੱਢਣ ਵਾਸਤੇ ਆਏ ਨੇ, ਟੁਕੜੇ ਟੁਕੜੇ ਸਿੱਖਾਂ ਦੇ ਕਰਨ ਵਾਸਤੇ ਆਏ, ਉਹ ਫੱਟੜ ਹੋਏ ਪਏ ਨੇ ਤੇ ਉਹਨਾਂ ਨੂੰ ਬਲਮ ਪੱਟੀ ਤੇ ਪਾਣੀ ਪਿਲਾਈ ਜਾਂਦੇ ਆ, ਕਿਉਂਕਿ ਜੋਤ ਦਿਖਾਈ ਦਿੱਤੀ ਹੈ ਉਹਨਾਂ ਦੇ ਵਿੱਚ। ਭਾਵੇਂ ਉਹ ਅੱਜ ਦੁਸ਼ਮਣ ਬਣ ਕੇ ਆਏ ਨੇ, ਪਰ ਉਹਨਾਂ ਦੇ ਵਿੱਚ ਵੀ ਰੱਬ ਦੀ ਜੋਤ ਹੈ। ਚੋਰ ਦੇ ਵਿੱਚ ਵੀ ਉਹ ਬੈਠਾ ਹੈ, ਸਾਧ ਦੇ ਵਿੱਚ ਵੀ ਉਹ ਬੈਠਾ ਹੈ। ਇਹ ਗੱਲ ਵੱਖਰੀ ਹੈ ਵੀ ਚੋਰ ਚੋਰੀਆਂ ਗੁਨਾਹਾਂ ਦੇ ਵਿੱਚ ਗਰਕ ਹੋ ਗਿਆ, ਉਹਨੂੰ ਆਪਣੇ ਅੰਦਰੋਂ ਪ੍ਰਗਟ ਨਹੀਂ ਕਰ ਸਕਿਆ। ਸਾਧ ਨੇ ਉਹ ਰਸਤਾ ਨਹੀਂ ਚੁਣਿਆ, ਸਾਧ ਦੇ ਕੋਲ ਗੁਰੂ ਦਾ ਗਿਆਨ ਹੈ, ਸਾਧ ਨੇ ਆਪਣੇ ਅੰਦਰੋਂ ਉਹਨੂੰ ਪ੍ਰਗਟ ਕਰ ਲਿਆ। ਤੇ ਜਦੋਂ ਮਨੁੱਖ ਨੂੰ ਆਪਣੇ ਅੰਦਰੋਂ ਦਿਖਾਈ ਦੇਣ ਲੱਗ ਪਿਆ, ਲਾਜ਼ਮੀ ਗੱਲ ਹੈ ਬਾਹਰੋਂ ਵੀ ਦਿਖਾਈ ਦੇਵੇਗਾ। ਤੇ ਜਦੋਂ ਬਾਹਰੋਂ ਦਿਖਾਈ ਦੇਣ ਲੱਗ ਪਿਆ, ਇਹ ਨਫ਼ਰਤਾਂ, ਇਹ ਈਰਖਾ, ਇਹ ਦਵੈਸ਼ ਸਾਰੀ ਦੀ ਸਾਰੀ ਖਤਮ ਹੋ ਜਾਏਗੀ। ਆਹ ਪਾਵਨ ਬਾਣੀ, ਆਹ ਪੰਕਤੀਆਂ ਜੀਵਨ ਦੀ ਵਿਆਖਿਆ ਕਰਨੀ ਸ਼ੁਰੂ ਕਰ ਦੇਣਗੀਆਂ। ਵਿਸਰ ਗਈ ਸਭ ਤਾਪ ਤਰਾਈ, ਜਬ ਤੇ ਸਾਧ ਸੰਗਤ ਹੋਈ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨ। ਨਾ ਕੋਈ ਵੈਰੀ ਰਿਹਾ, ਨਾ ਕੋਈ ਬੇਗਾਨਾ ਰਿਹਾ, ਨਾ ਕੋਈ ਆਪਣਾ, ਨਾ ਕੋਈ ਪਰਾਇਆ। ਇਹ ਵਿਤਕਰੇ ਖਤਮ ਹੋ ਗਏ। ਦਰਾਣੀ ਜਠਾਣੀ ਨਹੀਂ ਬਣਦੀ, ਇੱਕ ਦੂਜੇ ਦੇ ਪ੍ਰਤੀ ਈਰਖਾ ਨਫ਼ਰਤ ਦੀ ਭਾਵਨਾ ਹੈ। ਜਦੋਂ ਕਿਤੇ ਗੁਰੂ ਨਾਨਕ ਦੇ ਘਰ ਵਿੱਚ ਦੋਵੇਂ ਆ ਕੇ ਬਹਿਣਗੀਆਂ, ਇਹਨਾਂ ਪੰਕਤੀਆਂ ਨੂੰ ਜਦੋਂ ਹਿਰਦੇ ਵਿੱਚ ਵਾਚਣਗੀਆਂ, ਟਿਕਾਉਣਗੀਆਂ, ਗੁਰੂ ਦੀ ਬਖਸ਼ੀ ਹੋਈ ਸਿੱਖਿਆ ਗਿਆਨ ਜਦੋਂ ਹਿਰਦੇ ਵਿੱਚ ਲੈ ਕੇ ਜਾਣਗੀਆਂ, ਆਪਣੇ ਅੰਦਰ ਵਸਦਾ ਤੇ ਦੂਜੇ ਦੇ ਅੰਦਰ ਵਸਦਾ ਜਦੋਂ ਪਰਮਾਤਮਾ ਦਿਖਾਈ ਦੇਵੇਗਾ, ਤੇ ਦੋਵੇਂ ਲੜਨਗੀਆਂ ਤੇ ਝਗੜਨਗੀਆਂ ਨਹੀਂ, ਦੋਵਾਂ ਦੇ ਵਿੱਚ ਪਿਆਰ ਜਨਮ ਲੈ ਲਵੇਗਾ। ਫਿਰ ਮਨੁੱਖ ਆਪਣਿਆਂ ਨੂੰ ਹੀ ਨਹੀਂ, ਮਨੁੱਖ ਸਾਰੀ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਬਣ ਜਾਂਦਾ ਹੈ, ਸਾਰੀ ਖਲਕਤ ਨੂੰ ਪਿਆਰ ਕਰਨ ਵਾਲਾ ਬਣ ਜਾਂਦਾ ਹੈ, ਜਿਹਨੇ ਆਪਣੇ ਅੰਦਰੋਂ ਰੱਬ ਨੂੰ ਦੇਖ ਲਿਆ। ਕਿਉਂਕਿ ਨਿਕਟ ਬੁਝੇ ਸੋ ਬੁਰਾ ਕਿਉਂ ਕਰੇ, ਕਿਉਂਕਿ ਜਦੋਂ ਨਿਕਟ ਪਰਮਾਤਮਾ ਦਿਖ ਪੈਂਦਾ ਵਾ ਆਪਣੇ ਅੰਦਰੋਂ ਤੇ ਦੂਸਰੇ ਦੇ ਅੰਦਰੋਂ, ਤੇ ਮਨੁੱਖ ਦੂਜੇ ਦੇ ਦਿਲ ਨੂੰ ਦਿਖਾ ਕੇ ਪਰਮਾਤਮਾ ਦਾ ਦਿਲ ਨਹੀਂ ਦਿਖਾਉਣਾ ਚਾਹੁੰਦਾ। ਦੂਜੇ ਨਾਲ ਧੋਖਾ ਕਰਕੇ ਪਰਮਾਤਮਾ ਨੂੰ ਧੋਖਾ ਨਹੀਂ ਕਰਨਾ ਚਾਹੁੰਦਾ, ਕਿਉਂਕਿ ਉਹਨੂੰ ਦੂਜੇ ਦੇ ਅੰਦਰੋਂ ਪਰਮਾਤਮਾ ਦਿਖਾਈ ਦੇ ਰਿਹਾ ਹੈ। ਉਹਨੂੰ ਸਮਝ ਆ ਗਈ, ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ। ਵੀ ਜੇ ਮੈਂ ਕਿਸੇ ਮਨੁੱਖ ਨੂੰ, ਰੱਬ ਦੇ ਪਿਆਰੇ ਨੂੰ ਦੁੱਖ ਦੇਣਾ ਵਾ, ਤੇ ਉਹ ਬੰਦਾ ਦੁਖੀ ਨਹੀਂ ਹੋਵੇਗਾ, ਰੱਬ ਦੁਖੀ ਹੋਵੇਗਾ, ਰੱਬ ਨੂੰ ਸੱਟ ਵੱਜੇਗੀ। ਕਿਉਂਕਿ ਪਰਮਾਤਮਾ ਸਾਰਿਆਂ ਦੇ ਵਿੱਚ ਹੈ, ਪਰ ਪ੍ਰਗਟ ਜਿੰਨਾ ਚਿਰ ਨਹੀਂ ਨਾ ਹੁੰਦਾ, ਜਿੰਨਾ ਚਿਰ ਆਪਣੇ ਅੰਦਰੋਂ ਨਹੀਂ ਬੰਦਾ ਦੇਖ ਪਾਉਂਦਾ, ਉਹਨਾਂ ਚਿਰ ਬਾਹਰੋਂ ਨਹੀਂ ਦੇਖ ਸਕੇਗਾ। ਫਿਰ ਬੰਦਾ ਭਾਵੇਂ ਧਾਰਮਿਕ ਚਿੰਨ੍ਹ ਵੀ ਪਹਿਨੇ ਹੋਣ, ਭਾਵੇਂ ਧਰਮ ਦੇ ਨਾਮ ਦੇ ਕਰਮ ਵੀ ਕਰਦਾ ਹੋਵੇ, ਉਹ ਆਪਣੇ ਹੀ ਇਸ਼ਟ ਦਾ ਨਾਮ ਲੈ ਲੈ ਕੇ ਦੂਜਿਆਂ ਨੂੰ ਮਾਰੇਗਾ, ਦੂਜਿਆਂ ਨੂੰ ਵੱਢੇਗਾ, ਕੱਟੇਗਾ, ਉਹਨਾਂ ਦੇ ਘਰਾਂ ਨੂੰ ਅੱਗਾਂ ਲਾਏਗਾ। ਉਹ ਐਸਾ ਬੰਦਾ ਧਰਮੀ ਨਹੀਂ, ਸ਼ੈਤਾਨ ਹੈ, ਭਾਵੇਂ ਉਹਨੇ ਧਰਮ ਦਾ ਲੇਬਲ ਲਾਇਆ ਹੋਇਆ ਹੈ। ਮੈਂ ਬੜਾ ਹੈਰਾਨ ਹੁੰਦਾ ਹਾਂ, ਆ ਡਿਬੇਟਾਂ ਹੁੰਦੀਆਂ ਨੇ ਨਾ, ਆ ਜਦੋਂ ਦੀ ਆ ਸਰਕਾਰ ਆਈ, ਤੇ ਕੰਮ ਹੈ ਧਰਮ ਦਾ ਫਿਰਕਾ ਪ੍ਰਸਤ ਪ੍ਰਚਾਰ ਕਰਕੇ, ਗੁੰਮਰਾਹ ਕਰਕੇ ਲੋਕਾਂ ਨੂੰ ਲੜਾਉਣਾ, ਲੋਕਾਂ ਨੂੰ
ਵਿੱਚ ਦੰਗੇ ਫਸਾਦ ਕਰਾਉਣੇ ਤੇ ਆਪਣੀ ਰਾਜਨੀਤੀ ਚਮਕਾਉਣੀ। ਰੋਜ਼ ਕੋਈ ਨਾ ਕੋਈ ਡਿਬੇਟ ਹੁੰਦੀ ਹੈ। ਇੱਕ ਬੰਨੇ ਕਾਜੀ ਮੁੱਲਾ ਇਸਲਾਮ ਦੀ ਪੈਰਵੀ ਕਰਨ ਵਾਲਾ ਬਹਿ ਜਾਂਦਾ ਹੈ, ਇੱਕ ਬੰਨੇ ਉਹ ਤਿਲਕਧਾਰੀ ਬਹਿ ਜਾਂਦੇ ਨੇ। ਦੋਵਾਂ ਦੀ ਗੁਫ਼ਤਗੂ ਸੁਣ ਕੇ ਕਾਜੀ ਤੇ ਵਿਚਾਰਾ ਫਿਰ ਵੀ ਅਸਲੀਅਤ ਹੁੰਦੀ ਉਹਦੇ ਕੋਲ, ਉਹ ਫਿਰ ਵੀ ਸੱਚ ਬੋਲਦਾ, ਪਰ ਜਿਹੜਾ ਤਿਲਕਧਾਰੀ ਹੈ ਇੰਨੀ ਨਫ਼ਰਤ ਉਹਦੇ ਬੋਲਾਂ ਦੇ ਵਿੱਚੋਂ, ਇੰਨਾ ਉਹਦੇ ਅੰਦਰੋਂ ਸੰਕੀਰਣਤਾ ਵੇਖਣ ਨੂੰ ਮਿਲਦੀ ਹੈ, ਕੱਟੜਵਾਦ ਵੇਖਣ ਨੂੰ ਮਿਲਦਾ ਹੈ ਵੀ ਇਹ ਧਰਮੀ ਬੰਦੇ ਦੇ ਪਾਇਆ ਇਹਨਾਂ ਨੇ ਭਗਵਾ ਚੋਲਾ। ਤੇ ਇੰਨੀ ਨਫ਼ਰਤ ਭਰੀਆਂ ਗੱਲਾਂ ਇੱਕ ਫਿਰਕੇ ਨੂੰ ਕਿਵੇਂ ਖਤਮ ਕਰਨ ਤੇ ਕਿਵੇਂ ਦਬਾਉਣ ਦਾ ਇਹ ਇੱਥੇ ਵਿਖਿਆਨ ਦੇ ਰਿਹਾ ਹੈ, ਕਿਵੇਂ ਉਹਨਾਂ ਦੇ ਖਿਲਾਫ ਜ਼ਹਿਰ ਉਗਲਦਾ ਪਿਆ ਹੈ। ਤੇ ਮੈਂ ਤੇ ਪਹਿਲਾਂ ਕਿਹਾ ਵੀ ਉਹ ਬੰਦਾ ਧਰਮੀ ਹੋ ਹੀ ਨਹੀਂ ਸਕਦਾ ਜਿਹੜਾ ਬੰਦਾ ਕਿਸੇ ਦੂਸਰੇ ਫਿਰਕੇ ਦੇ ਬੰਦੇ ਨੂੰ ਮਾੜਾ ਕਹਿ ਰਿਹਾ, ਮਾੜਾ ਸਮਝ ਰਿਹਾ ਤੇ ਉਹਨੂੰ ਮਕਾਉਣਾ ਚਾਹੁੰਦਾ ਹੈ, ਉਹ ਤੋਂ ਨਫ਼ਰਤ ਕਰ ਰਿਹਾ ਹੈ, ਉਹਦੇ ਮਜ਼ਹਬ ਤੋਂ, ਉਹਦੇ ਪੰਥ ਤੋਂ ਨਫ਼ਰਤ ਕਰਦਾ ਪਿਆ ਹੈ। ਕਿਉਂਕਿ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ। ਮਜ਼ਹਬ ਤੇ ਸਿਖਾਉਂਦਾ ਹੀ ਨਹੀਂ ਕਿ ਤੁਸੀਂ ਇੱਕ ਦੂਜੇ ਨਾਲ ਵੈਰ ਕਰੋ। ਅਸਲ ਵਿੱਚ ਧਰਮੀ ਉਹ ਹੈ ਜਿਹਨੇ ਆਪਣੇ ਅੰਦਰੋਂ ਮਾਲਕ ਨੂੰ ਦੇਖਿਆ, ਜਿਹਨੇ ਦੂਜਿਆਂ ਦੇ ਅੰਦਰੋਂ ਮਾਲਕ ਨੂੰ ਦੇਖਿਆ। ਤੇ ਜਿਨ੍ਹਾਂ ਸਖਤ ਜਨਾਂ ਦੀ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਗੱਲ ਕਹਿ ਰਹੇ ਨੇ, ਉਹਨਾਂ ਨੇ ਪੁਕਾਰ ਕੇ ਕਹਿ ਦਿੱਤਾ, ਘਟ ਘਟ ਮੈਂ ਵਰਜੂ ਬਸੈ। ਇਹ ਭਾਈ ਹਰ ਇੱਕ ਸਰੀਰ ਵਿੱਚ, ਹਰ ਇੱਕ ਘਟ ਦੇ ਵਿੱਚ ਮਾਲਕ ਵਸਦਾ ਪਿਆ। ਸੰਤਨ ਕਯੋ ਪੁਕਾਰ, ਫਿਰ ਉਹਨਾਂ ਨੇ ਪੁਕਾਰ ਕੇ ਕਿਹਾ ਤੇ ਫਿਰ ਅੱਗੇ ਕਹਿੰਦੇ ਨੇ, ਕਹੋ ਨਾਨਕ ਤੇ ਭਜਮਨਾ ਭਉ ਨਿਧ ਉਤਰੈ ਪਾਰ। ਜਿਹੜਾ ਪਰਮਾਤਮਾ ਘਟ ਵਿੱਚ ਵਸਦਾ ਪਿਆ ਉਹਦਾ ਸਿਮਰਨ ਕਰ। ਜਿਉਂ-ਜਿਉਂ ਉਹਦਾ ਸਿਮਰਨ ਕਰੇਗਾ, ਵਿਕਾਰਾਂ ਦੀਆਂ ਫਾਹੀਆਂ, ਇਹ ਮਾਇਆ ਦੇ ਜੰਜਾਲ ਇਹ ਕੱਟੇ ਜਾਣਗੇ। ਉਹ ਪਰਮਾਤਮਾ ਤੈਨੂੰ ਆਪਣੇ ਅੰਦਰੋਂ ਦਿਖਾਈ ਦੇਣ ਲੱਗ ਪਵੇਗਾ, ਸਾਰੇ ਜਗਤ ਵਿੱਚੋਂ ਦਿਖਾਈ ਦੇਣ ਲੱਗ ਪਵੇਗਾ। ਫਿਰ ਇਸ ਭਵਜਲ ਸਾਗਰ ਦੇ ਵਿੱਚੋਂ ਪਾਰ ਹੋ ਜਾਏਗਾ, ਵਿਕਾਰਾਂ ਦੀ ਖੱਡ ਵਿੱਚ, ਵਿਕਾਰਾਂ ਦੀਆਂ ਲਹਿਰਾਂ ਵਿੱਚ ਗਰਕ ਨਹੀਂ ਹੋਵੇਗਾ, ਪਾਰ ਹੋ ਜਾਏਗਾ। ਸੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਵੀ ਆਪਣੇ ਅੰਦਰੋਂ ਮਾਲਕ ਦਿਖਾਈ ਦੇਣ ਲੱਗ ਪਵੇ, ਅਸੀਂ ਵੀ ਦੂਜਿਆਂ ਦੇ ਅੰਦਰੋਂ ਉਸ ਨੂੰ ਦੇਖਣ ਲੱਗ ਪਈਏ। ਸਾਰੇ ਸਾਡੇ ਅੰਦਰ ਦੇ ਜਿਹੜੇ ਨੇ ਈਰਖਾ, ਦਵੈਸ਼, ਜੋ ਵੈਰ ਵਿਰੋਧੀ ਭਾਵਨਾ ਹੈ, ਉਹ ਉਸੇ ਦਿਨ ਕੱਟੀ ਜਾਣੀ ਹੈ ਜਦੋਂ ਆਪਣੇ ਅੰਦਰੋਂ ਤੇ ਦੂਸਰੇ ਦੇ ਅੰਦਰੋਂ ਮਾਲਕ ਨੂੰ ਦੇਖਣਾ ਸ਼ੁਰੂ ਕਰ ਦਿੱਤਾ। ਸੰਸਾਰ ਵਿੱਚ ਸ਼ਾਂਤੀ ਆ ਜਾਏਗੀ, ਸੰਸਾਰ ਵਿੱਚ ਕਲਹ ਕਲੇਸ਼, ਝਗੜੇ ਫਸਾਦ ਖਤਮ ਹੋ ਜਾਣਗੇ, ਦੰਗੇ ਖਤਮ ਹੋ ਜਾਣਗੇ, ਕਤਲੋ ਗਾਰਤ ਖਤਮ ਹੋ ਜਾਏਗੀ। ਜਿੱਦਣ ਅੰਦਰ ਪਰਮਾਤਮਾ ਦਿਖ ਗਿਆ ਤੇ ਦੂਜੇ ਅੰਦਰੋਂ ਪਰਮਾਤਮਾ ਦਿਖ ਗਿਆ, ਇਹ ਸਵਰਗ ਬਣ ਜਾਏਗੀ ਇਹ ਧਰਤੀ। ਗੁਰੂ ਜੀ ਸਵਰਗ ਬਣਾਉਣ ਵਾਸਤੇ ਸੰਸਾਰ ਵਿੱਚ ਆਏ ਸਨ, ਸਵਰਗ ਬਣਾਉਣਾ ਚਾਹੁੰਦੇ। ਅੱਜ ਵੀ ਜੇ ਮੈਂ ਦਾਅਵੇ ਨਾਲ ਕਹਿਣਾ ਵਾ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਜੇ ਹਰ ਇੱਕ ਸੰਸਾਰ ਦਾ ਬੰਦਾ ਫੋਲੋ ਕਰਨੀ ਸ਼ੁਰੂ ਕਰ ਦੇਵੇ ਤੇ ਇਸ ਧਰਤੀ ਸਵਰਗ ਬਣ ਸਕਦੀ ਹੈ। ਕਿਸੇ ਹੋਰ ਸਵਰਗ ਦੀ ਲਾਲਸਾ ਹੀ ਨਹੀਂ ਰਹੇਗੀ। ਸਾਰੇ ਸੁਖ ਸ਼ਾਂਤੀ ਟਿਕਾ ਇਸ ਸਵਰਗ ਰੂਪੀ ਧਰਤੀ ਦੇ ਵਿੱਚ ਮਨੁੱਖ ਨੂੰ ਪ੍ਰਾਪਤ ਹੋ ਸਕਦੇ, ਪਰ ਸ਼ਰਤ ਹੈ ਕਿ ਆਪਣੇ ਅੰਦਰੋਂ ਮਾਲਕ ਨੂੰ ਪਹਿਲਾਂ ਵੇਖੇ, ਫਿਰ ਦੂਜੇ ਦੇ ਅੰਦਰੋਂ ਦੇਖੇ, ਤਾਂ ਐਸਾ ਸੰਸਾਰ ਬਣ ਸਕਦਾ ਹੈ। ਭੁੱਲ ਗਲਤੀ ਦੀ ਖਿਮਾ ਪ੍ਰਵਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।